ਅੱਜ ਦਾ ਬਜਟ ਅੱਜ ਤੱਕ ਦੇ ਬਜਟਾਂ ਨਾਲੋਂ ਜਿੰਨੇ ਵੀ ਬਜਟ ਆਏ ਨੇ ਬਹੁਤ ਅੱਛਾ ਬਜਟ ਆਇਆ, ਜਿਹਦੇ 'ਚ ਸਾਰੇ ਹਿੰਦੁਸਤਾਨੀਆਂ ਨੂੰ ਉਹਨਾਂ ਨੇ ਖੁਸ਼ ਕਰਤਾ। ਕੋਈ ਸੈਕਟਰ ਐਸਾ ਨਹੀਂ ਛੱਡਿਆ ਜਿਹਨੂੰ ਕੁਝ ਨਾ ਕੁਝ ਰਾਹਤ ਜਾਂ ਖੁਸ਼ੀ ਦਾ ਮਾਹੌਲ ਨਾ ਦਿੱਤਾ ਹੋਵੇ। ਸਾਈਕਲ ਇੰਡਸਟਰੀ ਦੇ ਵਾਸਤੇ ਜੇ ਅਸੀਂ ਪੇਨ ਦੇਖੀਏ ਵੀ ਇਸ ਬਜਟ ਦੇ ਵਿੱਚ ਕੋਈ ਏਡੀ ਖਾਸ ਰਿਲੀਫ ਨਹੀਂ ਮਿਲੀ ਹੈ। ਜਿਹੜਾ ਪਾਰਟਸ ਅਸੀਂ ਸਾਈਕਲ ਦੇ ਬਾਹਰੋਂ ਆਉਂਦੇ ਸੀਗੇ ਉਹਦੇ ਸਗੋਂ ਇਹਨਾਂ ਨੇ ਕਸਟਮ ਡਿਊਟੀ ਘਟਾ ਦਿੱਤੀ, ਉਹਦੇ ਨਾਲ ਅਮਰੀਕਨ ਸਾਈਕਲ ਦੇ ਪਾਰਟਸ ਬਾਹਰੋਂ ਹੋਰ ਆਉਣਗੇ। ਦੂਜੇ ਪਾਸੇ ਜਿਹੜੀ ਅਸੀਂ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ। ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ। 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ। ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ। ਢਿੱਲੀ ਸੋਚਦੇ ਸੀ ਵੀ ਸਾਨੂੰ GST ਵਿੱਚ ਜਾਂ ਸਾਡੀ ਇੰਡਸਟਰੀ ਵਾਸਤੇ ਲੋਹੇ ਦੀ ਜਿਹੜੀ ਚੀਜ਼ ਹੈਗੀ ਹੈ ਇਹਦੇ 'ਚ ਕੁਝ ਕੀਤਾ ਜਾਏਗਾ। ਅੱਜ ਦਾ ਜਿਹੜਾ ਬਜਟ ਹੈ ਇਹ ਮਿਕਸ ਬਜਟ ਹੈ। ਬੇਸਿਕਲੀ 2024 ਦੇ ਵਿੱਚ ਜਨਰਲ ਇਲੈਕਸ਼ਨ ਹੈ ਤੇ ਉਹਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਹੋਇਆ ਬਜਟ ਹੈ ਤੇ ਇੰਡਸਟਰੀ ਦੇ ਵਿੱਚ ਇਹਨਾਂ ਨੇ ਇਨਫਰਾਸਟ੍ਰਕਚਰ ਦੇ ਵਿੱਚ ਕਾਫੀ ਫੋਕਸ ਕੀਤਾ ਹੈਗਾ। ਇਨਫਰਾਸਟ੍ਰਕਚਰ ਤੇ ਫੋਕਸ ਕਰਨ ਦੇ ਨਾਲ ਆਪਣਾ ਕੀ ਹੈ ਕਿ ਇੰਡਸਟਰੀ ਨੂੰ ਆਉਣ ਵਾਲੇ ਸਮੇਂ 'ਚ ਕਾਫੀ ਬੂਸਟ ਮਿਲੂਗਾ। ਕੁੱਲ ਮਿਲਾ ਕੇ ਅਗਰ ਆਪਾਂ ਸਾਰੀ ਓਵਰਆਲ ਈਜ਼ ਆਫ ਡੂਇੰਗ ਬਿਜ਼ਨਸ ਜਾਂ ਹੋਰ ਫੈਕਟਰਸ ਨੂੰ ਦੇਖੀਏ ਤਾਂ ਇਹਨੂੰ ਬਜਟ ਨੂੰ 10 ਚੋਂ 5 ਨੰਬਰ ਜਾਂਦੇ ਹੈਗੇ ਜੀ। ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਅੱਜ ਦੇਸ਼ ਦਾ ਜਿਹੜਾ ਕਿ ਬਜਟ ਆ ਉਹ ਰੱਖਿਆ ਗਿਆ ਤਾਂ ਕਾਫੀ ਸਾਰੀਆਂ ਉਮੀਦਾਂ ਸਨ। ਸਵੇਰ ਤੋਂ ਹੀ ਸਾਰੀਆਂ ਜਿਹੜੀਆਂ ਕਿ ਬਜਟ ਉੱਤੇ ਟਿੱਕੀਆਂ ਹੋਈਆਂ ਸਨ। ਤਾਂ ਲੁਧਿਆਣਾ ਦੇ ਵਿੱਚ ਵਪਾਰੀ ਵਰਗ ਦੇ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ ਤਾਂ ਕੁਝ ਵਪਾਰੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ। ਸਰ, ਅੱਜ ਦੇਸ਼ ਦਾ ਬਜਟ ਆਇਆ, ਵਪਾਰੀ ਵਰਗ ਕਿਵੇਂ ਦੇਖਦੇ ਇਸ ਬਜਟ ਨੂੰ ਸਾਰੇ ਨੂੰ? ਵਪਾਰੀ ਵਰਗ ਤਾਂ ਬਹੁਤ ਖੁਸ਼ ਹੋਇਆ ਕਿਉਂਕਿ ਇਹਦੇ 'ਚ ਮੈਂ ਜਿਸ ਤਰ੍ਹਾਂ ਰਜਨੀਸ਼ ਆਹੂਜਾ CMD ਰਜਨੀਸ਼ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਆਟੋਮੋਬਾਈਲ ਪਾਰਟਸ ਬਣਾਉਂਦੇ ਹਾਂ ਔਰ ਅਪੈਕਸ ਚੈਂਬਰ ਆਫ ਕਾਮਰਸ ਦਾ ਮੈਂ ਪ੍ਰੈਜ਼ੀਡੈਂਟ ਹਾਂ। ਅੱਜ ਦਾ ਬਜਟ ਅੱਜ ਤੱਕ ਦੇ ਬਜਟਾਂ ਨਾਲੋਂ ਜਿੰਨੇ ਵੀ ਬਜਟ ਆਏ ਨੇ ਬਹੁਤ ਅੱਛਾ ਬਜਟ ਆਇਆ, ਜਿਹਨੂੰ ਅਸੀਂ ਇਲੈਕਸ਼ਨ ਬਜਟ ਵੀ ਕਹਿ ਸਕਦੇ ਹਾਂ, ਜਿਹਦੇ 'ਚ ਸਾਰੇ ਹਿੰਦੁਸਤਾਨੀਆਂ ਨੂੰ ਉਹਨਾਂ ਨੇ ਖੁਸ਼ ਕਰਤਾ। ਕੋਈ ਸੈਕਟਰ ਐਸਾ ਨਹੀਂ ਛੱਡਿਆ ਜਿਹਨੂੰ ਕੁਝ ਨਾ ਕੁਝ ਰਾਹਤ ਜਾਂ ਖੁਸ਼ੀ ਦਾ ਮਾਹੌਲ ਨਾ ਦਿੱਤਾ ਹੋਵੇ। MSME ਵਾਸਤੇ 2 ਚੀਜ਼ਾਂ ਬੜੀਆਂ ਅੱਛੀਆਂ ਕੀਤੀਆਂ ਨੇ। ਇੱਕ ਤਾਂ ਰੇਟ ਆਫ ਇੰਟਰਸਟ ਜਿਹੜਾ 1% ਘਟਾਤਾ ਹੈ। ਦੂਸਰਾ ਉਹਨਾਂ ਨੇ ਤਕਰੀਬਨ 9000 ਕਰੋੜ ਰੁਪਇਆ ਗਰੰਟੀ ਸਕੀਮ ਰੱਖੀ ਹੈ, ਜਿਹਦੇ ਨਾਲ ਕਿ ਜਿਹੜਾ ਯੂਥ ਹੈ ਉਹ ਆਪਣਾ ਉਹਨਾਂ ਕੋਲ ਕੋਲੈਟਰਲ ਸਿਕਿਉਰਿਟੀ ਨਹੀਂ ਹੈਗੀ ਤੇ ਉਹਨਾਂ ਨੂੰ ਗਰੰਟੀ ਸਕੀਮ ਦੇ ਵਿੱਚ ਆਪਣਾ ਕੀ ਕਹਿੰਦੇ ਪ੍ਰੋਜੈਕਟ ਸ਼ੁਰੂ ਕਰ ਪਾਉਣਗੇ। ਇਹਦੇ 'ਚ ਮੈਂ ਜਿਹੜੀ ਨਜ਼ਰ ਨਾਲ ਦੇਖਦਾ ਕਿ ਸੋਚ ਅਗਰ 10 ਬੰਦੇ ਵੀ ਆਪਣਾ ਸਟਾਰਟਅਪ ਬਿਜ਼ਨਸ ਕਰ ਲੈਂਦੇ ਨੇ ਤਾਂ 10 ਆਦਮੀਆਂ ਨੂੰ ਵੀ ਐਮਪਲੋਇਮੈਂਟ ਦੇਣਗੇ ਤਾਂ ਸਮਝੋ ਸਾਨੂੰ 100% ਐਮਪਲੋਇਮੈਂਟ ਆ ਜਾਏਗੀ ਔਰ ਸਾਡਾ ਯੂਥ ਜਿਹੜਾ ਜੋਬਲੈਸ ਨਹੀਂ ਰਹੇਗਾ ਤੇ ਬਹੁਤ ਅੱਛਾ ਚੀਜ਼ ਹੈਗੀ ਆ। ਔਰ ਦੂਜੀਆਂ ਚੀਜ਼ਾਂ ਇੱਕ ਹੋਰ ਰੇਲਵੇ ਦੇ ਉੱਤੇ ਉਹਨਾਂ ਨੇ ਜਿਹੜਾ 2,40,000 ਕਰੋੜ ਰੁਪਇਆ ਰੱਖਿਆ, ਉਹਦੇ ਨਾਲ ਸਾਡਾ ਰੇਲਵੇ ਦਾ ਇਨਫਰਾਸਟ੍ਰਕਚਰ ਬਹੁਤ ਅੱਛਾ ਵਧੇਗਾ। ਜਿਸ ਤਰ੍ਹਾਂ ਰੋਡ ਦਾ ਇਨਫਰਾਸਟ੍ਰਕਚਰ ਵਧਿਆ, ਅੱਗੇ ਬੰਬੇ 5 ਦਿਨਾਂ 'ਚ ਪਹੁੰਚਦਾ ਸੀ, ਅੱਜ 2 ਦਿਨਾਂ 'ਚ ਪਹੁੰਚ ਜਾਂਦਾ। ਹਾਈਵੇ ਐਕਸਪ੍ਰੈਸ ਵੇ ਬਣ ਰਹੇ ਨੇ, ਉਸੇ ਤਰ੍ਹਾਂ ਰੇਲਵੇ ਦੇ ਜਿਹੜਾ ਵੀ ਹੈਗਾ ਸਪੀਡ ਵੀ ਵਧੇਗੀ ਔਰ ਸਾਡਾ ਜਿਹੜਾ ਕਾਰਗੋ ਦਾ ਰੇਟ ਘਟੇਗਾ। ਕਾਰਗੋ ਜਲਦੀ ਡਿਲੀਵਰ ਹੋਏਗਾ, ਓਨਾ ਹੀ ਬਿਜ਼ਨਸ ਜਿੰਨਾ ਹੀ ਜਲਦੀ ਕਾਰਗੋ ਸਾਡਾ ਏਅਰਪੋਰਟ 'ਤੇ ਜਾਏਗਾ ਜਾਂ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ 'ਤੇ ਜਾਏਗਾ, ਉਹਦੇ ਨਾਲ ਸਾਨੂੰ ਜਲਦੀ ਪੇਮੈਂਟ ਆਉਣਗੀਆਂ, ਫਾਸਟ ਗਰੋਥ ਹੁੰਦੀ ਹੈ। ਤੀਸਰਾ ਹੈਗਾ ਜਿਹੜਾ ਇੱਕ ਪੈਨ ਲਿੰਕ ਦਾ ਆਧਾਰ ਕਾਰਡ ਕੀਤਾ, ਉਹਦੇ ਨਾਲ 2 ਨੰਬਰ ਦਾ ਬਿਜ਼ਨਸ ਘਟੇਗਾ। ਇਮਾਨਦਾਰ ਆਦਮੀ ਨੂੰ ਕੰਮ ਕਰਨਾ ਸੌਖਾ ਹੋਏਗਾ ਔਰ ਇਹਦੇ ਨਾਲ ਕੀ ਹੈ ਸਾਰਾ ਚੀਜ਼ ਡਿਜੀਟਲ ਆ ਜਾਏਗੀ। ਉਹਨਾਂ ਨੇ ਹਰ ਚੀਜ਼ਾਂ ਦੇ ਉੱਤੇ ਅੱਜ ਦੇ ਬਜਟ 'ਚ ਹਰ ਚੀਜ਼ ਦੇ ਉੱਤੇ ਡਿਜੀਟਲ ਨੂੰ ਜ਼ਿਆਦਾ ਗਰੋਥ ਦਿੱਤੀ ਹੈ। ਡਿਜੀਟਲ ਗਰੋਥ ਨੂੰ ਤੁਸੀਂ ਬੈਂਕਾਂ 'ਚ ਦੇਖਦੇ ਅਸੀਂ ਘਰੇ ਬੈਠੇ ਪੇਮੈਂਟ ਕਰਦੇ ਨੇ, ਅੱਗੇ ਬੈਂਕ ਜਾਣਾ ਪੈਂਦਾ ਜੀ ਪੈਸੇ ਕਢਾਉਣ ਵਾਸਤੇ ਜਾਂ ਜਮ੍ਹਾਂ ਕਰਾਉਣ ਵਾਸਤੇ। ਉਹ ਬਹੁਤ ਅੱਛਾ ਹੋਇਆ। ਜਿਹੜਾ EMPLOYEES ਵਾਸਤੇ ਇਹਨਾਂ ਨੇ ਕੀਤਾ 5 ਲੱਖ ਤੋਂ 7 ਲੱਖ ਰੁਪਇਆ ਕੀਤਾ। ਉਹਦੇ ਤੇ ਸਾਰੇ ਦੇਸ਼ ਦੀ ਨਜ਼ਰਾਂ ਟਿੱਕੀਆਂ ਹੋਈਆਂ ਸੀ ਕਿਉਂਕਿ ਜਿਹੜੇ ਸਰਵਿਸ ਕਰਦੇ ਨੇ, ਜੋਬ ਕਰਦੇ ਨੇ, ਨੌਕਰੀ ਪੇਸ਼ੇ ਵਾਲੇ, ਉਹਨਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਇਸ ਨਾਲ। ਉਹਦੇ 'ਚ ਬਹੁਤ ਅੱਛੀ ਰਾਹਤ ਮਿਲੀ। ਕਈ ਵਾਰੀ ਐਸਾ ਹੁੰਦਾ ਸੀਗਾ
ਇਨਕਮ ਟੈਕਸ ਦੇਖੋ ਸੈਲਰੀ ਕਲਾਸ ਨੂੰ ਇਨਕਮ ਟੈਕਸ ਦੇਣਾ ਬਹੁਤ ਔਖਾ ਲੱਗਦਾ ਸੀ ਰਿਟਰਨ ਕਿਉਂਕਿ ਉਹਦੇ 'ਚ ਕੀ ਹੁੰਦਾ ਸੀ ਰਿਟਰਨਾਂ ਭਰਨੀਆਂ ਪੈਂਦੀਆਂ ਵਕੀਲ ਕੋਲ ਜਾਓ ਸੀ ਇਹਦੇ ਪੈਸੇ ਦਿਓ ਉਹ ਖਰਚਾ ਹੁੰਦਾ ਸੀ ਅਨਨੈਸੈਸਰੀ ਉਹਨਾਂ ਦਾ ਟਾਈਮ ਵੇਸਟ ਹੁੰਦਾ ਸੀ ਔਰ ਦਿਮਾਗ ਤੇ EMPLOYE ਦੇ ਬੋਝ ਹੁੰਦਾ ਸੀ ਉਹ ਕਹਿੰਦਾ ਸੀ ਮੈਨੂੰ ਤਾਂ ਤੁਸੀਂ ਤਰੱਕੀ ਨਾ ਦਿਓ 40,000 ਰੁਪਏ ਮਹੀਨੇ ਦੇ ਹੀ ਦੇ ਦਿਓ ਉਹ 45,000 ਨਹੀਂ ਕਰਾਉਣਾ ਚਾਹੁੰਦਾ ਸੀ ਲੈਣਾ ਹੀ ਨਹੀਂ ਚਾਹੁੰਦਾ ਸੀ ਕਹਿੰਦਾ ਮੈਨੂੰ ਫਾਇਦਾ ਨਹੀਂ ਹੈ ਇਹਦੇ ਨਾਲ EMPLOYEਜ਼ ਨੂੰ ਬਹੁਤ ਅੱਛਾ ਫਾਇਦਾ ਹੋਏਗਾ ਭਲਾ ਸਾਨੂੰ ਵੀ ਅੱਛੇ ਟੈਲੈਂਟ ਜਿਹੜੇ ਆਉਣਗੇ ਉਹ ਸਾਨੂੰ ਅਸੀਂ ਉਹਨਾਂ ਨੂੰ 7 ਲੱਖ ਤੱਕ ਈਜ਼ੀਲੀ ਤਨਖਾਹ ਦੇਵਾਂਗੇ ਤਾਂ ਵਿਦਆਊਟ ਇਨਕਮ ਟੈਕਸ ਉਹਨਾਂ ਨੂੰ ਫਾਇਦਾ ਹੋਏਗਾ ਤੇ ਜਿਹੜੇ ਬਾਕੀਆਂ ਇੰਡਸਟਰੀ ਵਾਸਤੇ ਛੋਟੇ ਵਾਸਤੇ ਹੈਗਾ ਸਾਨੂੰ ਸਾਰਿਆਂ ਨੂੰ ਵੀ ਸਲੈਬ ਵਧਾਉਣ ਨਾਲ ਫਰਕ ਪਿਆ ਥੋੜ੍ਹਾ ਜਿਹਾ ਇਨਕਮ ਟੈਕਸ ਦਾ ਜਿੰਨਾ ਵੀ ਫਰਕ ਪਏਗਾ ਕੋਈ ਇੱਕ ਰਾਹਤ ਤਾਂ ਦਿੱਤੀ ਹੈ ਬਹੁਤ ਪਰ ਖੁਸ਼ ਹੈ ਜੀ ਬਜਟ ਤੋਂ ਖੁਸ਼ ਨਹੀਂ ਹੈਗੇ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਸਾਡੀ ਗਰੋਥ ਹੋਏਗੀ ਸਾਡੀ ਇਕਾਨਮੀ ਸਾਰਿਆਂ ਨਾਲੋਂ ਵੱਡੀ ਚੀਜ਼ ਹੈ ਅੱਜ ਜਿਹੜਾ ਸੈਂਸੈਕਸ ਦੇਖ ਰਹੇ ਹਾਂ ਉਹ ਸੈਂਸੈਕਸ ਇੱਕ ਇੰਡੀਆ ਦੀ ਇਕਾਨਮੀ ਜਿਹੜੀ ਹੈ ਬੜੀ ਸਟਰੋਂਗ ਜਾ ਰਹੀ ਹੈ ਬਾਕੀ ਯੂਰਪੀਅਨ ਕੰਟਰੀ ਨਾਲ ਅਮਰੀਕਾ ਇੰਗਲੈਂਡ ਜਾਪਾਨ ਸਾਰਿਆਂ ਨਾਲ ਦੇਖੋ ਅੱਜ ਦੀ ਤਰੀਕ ਦੇ ਵਿੱਚ ਇੰਡੀਅਨ ਇਕਾਨਮੀ ਜਿਹੜੀ ਹੈ ਬਹੁਤ ਜ਼ਿਆਦਾ ਸਟਰੋਂਗ ਹੈ ਔਰ ਇਸ ਬਜਟ ਨਾਲ ਇੰਡੀਆ ਦੀ ਇਕਾਨਮੀ ਹੋਰ ਬਹੁਤ ਅੱਛੀ ਹੋਏਗੀ ਇਸ ਤਰ੍ਹਾਂ ਨਾਲ 2024 ਦੇ ਵਿੱਚ ਇਲੈਕਸ਼ਨ ਵੀ ਆਉਣ ਵਾਲੇ ਲੋਕ ਸਭਾ ਕੀ ਲੱਗਦਾ ਕਿ ਉਹਦੇ ਮੱਦੇਨਜ਼ਰ ਰੱਖ ਕੇ ਸਾਰੇ ਵਰਗਾਂ ਨੂੰ ਖੁਸ਼ ਕੀਤਾ ਗਿਆ ਇਹਦੇ ਤਾਂ ਕੋਈ ਸ਼ੱਕ ਨਹੀਂ ਹੈਗਾ ਜੇ ਉਹਨਾਂ ਨੂੰ ਸਾਰਿਆਂ ਨੂੰ ਖੁਸ਼ ਕੀਤਾ ਸਾਰੇ ਖੁਸ਼ ਹੋਣਗੇ ਸਾਰੇ ਤਰੱਕੀ ਕਰਨਗੇ ਤਾਂ ਹਿੰਦੁਸਤਾਨ ਆਪਣੇ ਆਪ ਤਰੱਕੀ ਕਰੇਗਾ ਔਰ ਹਿੰਦੁਸਤਾਨ ਦੀ ਇਕਾਨਮੀ ਨੈਚੁਰਲੀ ਵਧੇਗੀ ਮੇਨ ਤਾਂ ਚੀਜ਼ ਹੈਗਾ ਅਗਰ ਦੇਸ਼ ਤਰੱਕੀ ਕਰੇਗਾ ਦੇਸ਼ ਦੇ ਲੋਕ ਖੁਸ਼ ਹੋਣਗੇ ਬਹੁਤ ਅੱਛੀ ਚੀਜ਼ ਹੈ ਬਿਲਕੁਲ ਵਪਾਰੀ ਵਰਗ ਖੁਸ਼ ਹੀ ਨਹੀਂ ਬਲਕਿ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਇਸ ਬਜਟ ਦੇ ਨਾਲ ਜਿੱਥੇ ਵਪਾਰੀਆਂ ਨੂੰ ਫਾਇਦਾ ਮਿਲਿਆ ਇੰਡਸਟਰੀਜ਼ ਨੂੰ ਫਾਇਦਾ ਮਿਲਿਆ ਉੱਥੇ ਹੀ ਹਰ ਵਰਗ ਨੂੰ ਜਿਹੜਾ ਕਿ ਇਸ ਦਾ ਫਾਇਦਾ ਜਿਹੜਾ ਕਿ ਲਾਹਾ ਦੇਖਣ ਨੂੰ ਮਿਲ ਰਿਹਾ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸਵੇਰ ਤੋਂ ਹੀ ਨਜ਼ਰਾਂ ਟਿਕੀਆਂ ਹੋਈਆਂ ਸਨ ਇਨਕਮ ਟੈਕਸ ਦੀ ਰਿਬੇਟ ਦੇ ਉੱਤੇ ਜੋ ਕਿ ਪਹਿਲਾਂ 2014 ਤੋਂ ਬਾਅਦ ਲਗਾਤਾਰ ਇੱਕ ਜਗ੍ਹਾ ਤੇ ਟਿਕੀ ਹੋਈ ਸੀ 5 ਲੱਖ ਤੱਕ ਦੀ ਸੀਮਤ ਰੱਖੀ ਗਈ ਸੀ ਉਸ ਨੂੰ ਵਧਾ ਕੇ 7 ਲੱਖ ਰੁਪਏ ਕਰ ਦਿੱਤਾ ਗਿਆ ਤਾਂ ਕੁਝ ਹੋਰ ਵੀ ਵਪਾਰੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹ ਬਜਟ ਹੈ ਸਾਨੂੰ ਐਕਸਪੈਕਟੇਸ਼ਨ ਤਾਂ ਜ਼ਿਆਦਾ ਸੀ ਪਰ ਸਟਿਲ ਇਟ ਇਜ਼ ਅ ਗੁੱਡ ਬਜਟ ਇਹ ਇੱਕ ਗਰੋਥ ਓਰੀਐਂਟਡ ਬਜਟ ਹੈ ਔਰ ਇਹਦੇ ਵਿੱਚ ਖਾਸ ਤੌਰ ਤੇ ਜਿਹੜੀ MSME ਨੂੰ ब्याज 1% ਦੀ ਛੋਟ ਦਿੱਤੀ ਗਈ है वो बड़ा अच्छा पॉइंट है। इसके अलावा जो क्रेडिट गारंटी स्कीम है जिसमें MSME को 1 करोड़ तक का लोन बिना किसी गारंटी के मिलता है, दैट इज़ ऑल्सो ए गुड पॉइंट। इंफ्रास्ट्रक्चर पे 35% स्पेंडिंग बढ़ाई गई है। इससे क्या होगा, एक तो जो हमारी स्टील इंडस्ट्री है उसको बूस्ट मिलेगा क्योंकि लुधियाना में हमारे काफ़ी मेंबर टॉर स्टील बनाने वाले हैं। इसके अलावा कमर्शियल व्हीकल्स की डिमांड बढ़ेगी और पीछे हमने देखा है जब भी रोड्स बढ़ती हैं तो ऑटोमेटिकली कार की डिमांड बढ़ जाती है। सो आई थिंक इट विल बी ए गुड पॉइंट फॉर ऑटो इंडस्ट्री। ऐसे ही जो प्रधानमंत्री आवास योजना है उसमें 66% का बढ़ावा किया गया। उसके लिए जो इसके लिए क्या है कि एक तो सीमेंट की डिमांड और टॉर स्टील की डिमांड काफ़ी बढ़ेगी और इसमें 66% की जो इंक्रीज़ है बहुत बड़ा इंक्रीज़ है। ऐसे ही ईवी की बात हो रही है, जो बैटरी बनाने के लिए अगर कोई मशीनरी इंपोर्ट करता है उस पे ड्यूटी में छूट दी गई है। और ईवी बैटरी में भी अभी डिटेल आनी बाकी है कि किस टाइप की ईवी बैटरी पे ड्यूटी कम की गई है। इसके अलावा जो 7 लाख तक 5 लाख तक इनकम टैक्स है उसको 7 लाख कर दिया गया। और एक मेजरली जो ग्रेजुटी पे 3% था टैक्स वो बढ़ा के 25 लाख तक कर दिया गया, 3 लाख से 25 लाख। उससे क्या है कि हमारे एम्प्लॉइज़ को उनकी कॉस्ट कम होगी, उनकी बाइंग पावर बढ़ेगी। दिस इज़ ऑल्सो ए गुड पॉइंट। और ज़्यादा लोग पीछे हमारे मानयोग प्रधानमंत्री जी ने कहा बोला था कि बहुत कम लोग इनकम टैक्स नेट में हैं, तो इससे मुझे लगता है कि इनकम टैक्स का जो बेस है वो ब्रॉडर होगा और ज़्यादा से ज़्यादा लोग इनकम टैक्स देंगे। थैंक यू। कुल मिला के ये एक ग्रोथ ओरिएंटेड बजट इसको कहा जा सकता है। ਸਾਈਕਲ ਇੰਡਸਟਰੀ ਦੇ ਵਾਸਤੇ ਜੇ ਅਸੀਂ ਪੇਨ ਦੇਖੀਏ ਵੀ ਇਸ ਬਜਟ ਦੇ ਵਿੱਚ ਕੋਈ ਏਡੀ ਖਾਸ ਰਿਲੀਫ ਨਹੀਂ ਮਿਲੀ ਹੈ। ਜਿਹੜਾ ਪਾਰਟਸ ਅਸੀਂ ਸਾਈਕਲ ਦੇ ਬਾਹਰੋਂ ਆਉਂਦੇ ਸੀਗੇ ਉਹਦੇ ਸਗੋਂ ਇਹਨਾਂ ਨੇ ਕਸਟਮ ਡਿਊਟੀ ਘਟਾ ਦਿੱਤੀ, ਉਹਦੇ ਨਾਲ ਅਮਰੀਕਨ ਸਾਈਕਲ ਦੇ ਪਾਰਟਸ ਬਾਹਰੋਂ ਹੋਰ ਆਉਣਗੇ। ਦੂਜੇ ਪਾਸੇ ਜਿਹੜੀ ਅਸੀਂ ਰਿਲੀਫ ਸੋਚਦੇ ਸੀ ਵੀ ਸਾਨੂੰ GST ਵਿੱਚ ਜਾਂ ਸਾਡੀ ਇੰਡਸਟਰੀ ਵਾਸਤੇ ਲੋਹੇ ਦੀ ਜਿਹੜੀ ਚੀਜ਼ ਹੈਗੀ ਆ ਇਹਦੇ 'ਚ ਕੁਝ ਕੀਤਾ ਜਾਏਗਾ, ਉਹਦੇ ਬਾਰੇ ਕੋਈ ਚੀਜ਼ ਨਹੀਂ ਹੋਇਆ। ਸਾਈਕਲ ਇੰਡਸਟਰੀ ਜਾਂ ਇੱਕ ਜਿਹੜੀ ਮੇਨ ਜਾਂ MSME ਸੈਕਟਰ ਰਹੀਏ, MSME ਸੈਕਟਰ ਨੂੰ 1% ਜਿਹੜੀ ਇੰਟਰਸਟ ਰੇਟ ਦੇ ਉੱਤੇ ਇਹਨਾਂ ਨੇ ਦਿੱਤਾ ਹੈਗਾ ਲੈਸ, ਉਹਦੇ ਨਾਲ ਜਿਹੜਾ ਹੈ ਜ਼ਰੂਰ ਬੈਨੀਫਿਟ ਹੋਏਗਾ ਇੰਡਸਟਰੀ ਨੂੰ ਕੰਮ ਕਰਨ ਦੇ ਵਿੱਚ। ਥੋੜ੍ਹਾ ਪੈਸਾ ਉਹਨਾਂ ਨੂੰ ਇੰਟਰਸਟ ਘੱਟ ਪਏਗਾ। ਇੰਪਲਾਈਜ਼ ਵਾਸਤੇ ਜੋ ਬੈਨੀਫਿਟ ਦਿੱਤੇ ਗਏ ਨੇ ਉਹਨਾਂ ਦੀ ਜਿਹੜੀ ਲਿਮਿਟ ਸੀਗੀ ਉਹ 5 ਲੱਖ ਤੋਂ ਵਧਾ ਕੇ 7 ਲੱਖ ਕੀਤੀ ਗਈ ਹੈ, ਉਹਦੇ 'ਚ ਇੰਪਲਾਈਜ਼ ਨੂੰ ਫਾਇਦਾ ਹੋਏਗਾ। MSME ਸੈਕਟਰ ਦੇ ਜਿੰਨੇ ਇੰਪਲਾਈਜ਼ ਆ ਉਹਨਾਂ ਨੂੰ ਬੈਨੀਫਿਟ ਹੋਏ। ਔਰ ਦੂਸਰੀ ਚੀਜ਼ ਜਿਹੜੀ ਹੈਗੀ ਆ
ਬਾਕੀ ਇੰਡਸਟਰੀ ਜਿਹੜੀ ਬੇਸਿਕ ਆਪਾਂ ਕਿ ਕਹੀਏ ਜੇ ਉਹ ਇੰਡਸਟਰੀ ਵਾਸਤੇ ਇੰਨਾ ਕੋਈ ਰਿਲੀਫ ਵਾਲਾ ਸਿਸਟਮ ਨਹੀਂ ਹੈ। ਇਹ ਮਾਸਸ ਨੂੰ ਦੇਖਦੇ ਹੋਏ ਜਾਂ ਅਗਲੇ ਸਾਲ ਦੀਆਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਇਹ ਬਜਟ ਪੇਸ਼ ਕੀਤਾ ਗਿਆ ਆ। ਉਹਦੇ ਵਿੱਚ ਸਰਕਾਰੀ ਆਵਾਸ ਯੋਜਨਾ ਹੋਈ ਜਾਂ ਬਾਕੀ ਗ੍ਰੀਨ ਟ੍ਰਿਬਿਊਨਲ ਹੋਇਆ ਜਾਂ ਗ੍ਰੀਨ ਹੈਡਰੋ ਜਿਹੜੀ ਉਹਨਾਂ ਚੀਜ਼ਾਂ ਦੇ ਉੱਤੇ ਕਾਫੀ ਇਹਨਾਂ ਨੇ ਕੀਤਾ ਹੈ ਔਰ ਉਹਦੇ ਨਾਲ ਲੱਗਦਾ ਵੀ এনवायरमेंट ਜਿਹੜੀ ਆ ਉਹ ਕਾਫੀ ਫਰੈਂਡਲੀ ਹੋਏਗੀ। ਔਰ ਜੇ ਇਹ ਚੀਜ਼ਾਂ ਹੋ ਜਾਂਦੀਆਂ ਤੇ ਜਿਹੜਾ ਹਿੰਦੁਸਤਾਨ ਦਾ ਜਿਹੜਾ ਇੱਕ এনवायरमेंटल ਸਿਸਟਮ ਹੈ ਉਹਦੇ ਉੱਤੇ ਕਾਫੀ ਫਰਕ ਪਏਗਾ। ਪਰ ਸਾਈਕਲ ਇੰਡਸਟਰੀ ਨੂੰ ਕੀ ਉਮੀਦਾਂ ਕੀ ਸਨ ਅੱਜ ਦੇ ਬਜਟ ਦੇ ਉੱਤੇ? ਸਾਈਕਲ ਇੰਡਸਟਰੀ ਨੂੰ ਤਾਂ ਇਹ ਉਮੀਦਾਂ ਸੀ ਵੀ ਜਿਹੜੀ ਇੱਕ ਸਾਡੇ ਬਜਟ ਦੇ ਉੱਤੇ ਸਾਨੂੰ ਇਹਦੇ 'ਚ ਲੋਹੇ ਦੇ ਉੱਤੇ ਕੋਈ ਨਾ ਕੋਈ ਬੈਨੀਫਿਟ ਦਿੱਤਾ ਜਾਏਗਾ। ਜਿਹੜਾ ਮਾਲ ਬਾਹਰੋਂ ਆਉਂਦਾ ਆ ਇਹਦੇ ਉੱਤੇ ਵਧਾਈ ਜਾਏਗੀ ਕਸਟਮ ਡਿਊਟੀ ਜਾਂ ਐਂਟੀ ਡੰਪਿੰਗ ਡਿਊਟੀ ਲਾਈ ਜਾਏਗੀ ਤਾਂ ਕਿ ਲੋਕਲ ਇੰਡਸਟਰੀ ਬਚ ਸਕੇ, ਪਰ ਉਹ ਨਹੀਂ ਹੋ ਸਕਿਆ। ਉਹਦੇ ਬਜਾਏ ਸਗੋਂ ਇਹਨਾਂ ਨੇ ਇੰਪੋਰਟ ਹੋਣ ਵਾਲੀਆਂ ਚੀਜ਼ਾਂ ਦੇ ਉੱਤੇ ਡਿਊਟੀ ਥੋੜ੍ਹੀ ਜਿਹੀ ਘਟਾ ਦਿੱਤੀ ਆ। ਉਹਦੇ ਨਾਲ ਹੋਰ ਪ੍ਰੋਬਲਮ ਆਏਗੀ। ਛੋਟੀ ਇੰਡਸਟਰੀ ਜਿਹੜੀ ਆ ਉਹਦੇ ਵਾਸਤੇ ਇੰਨਾ ਕੋਈ ਬੈਨੀਫਿਟ ਸਾਈਕਲ ਵਾਸਤੇ ਹੈ ਨਹੀਂ ਆ ਇਹ ਬਜਟ। ਬਿਲਕੁਲ ਰਲੀ ਮਿਲੀ ਜਿਹੜੀ ਕਿ ਪ੍ਰਤੀਕਿਰਿਆ ਵਾ ਵਪਾਰੀਆਂ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਵਪਾਰੀਆਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਬਜਟ ਦੇ ਉੱਤੋਂ ਅਸੀਂ ਕਾਫੀ ਜ਼ਿਆਦਾ ਖੁਸ਼ ਹਾਂ। ਤਾਂ ਨਾਲ ਦੀ ਨਾਲ ਜਿਹੜੇ ਸਾਈਕਲ ਇੰਡਸਟਰੀ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕੋਈ ਵੀ ਜਿਹੜੀ ਕਿ ਰਿਲੀਫ ਉਹ ਨਹੀਂ ਮਿਲੀ। ਤਾਂ ਕੁਝ ਹੋਰ ਵੀ ਵਪਾਰੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸਰ, ਅੱਜ ਬਜਟ ਆਇਆ ਦੇਸ਼ ਦਾ, ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ, ਕਿਵੇਂ ਦੇਖਦੇ ਹੋ ਅੱਜ ਦੇ ਬਜਟ ਨੂੰ? ਸਰ, ਅੱਜ ਦਾ ਜਿਹੜਾ ਬਜਟ ਹੈ ਇਹ ਮਿਕਸ ਬਜਟ ਹੈ। ਬੇਸਿਕਲੀ 2024 ਦੇ ਵਿੱਚ ਜਨਰਲ ਇਲੈਕਸ਼ਨ ਹੈ ਤੇ ਉਹਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਹੋਇਆ ਬਜਟ ਹੈ। ਤੇ ਇਸ ਬਜਟ ਦੇ ਵਿੱਚ ਜਿਹੜੇ ਤੁਸੀਂ ਸ਼ਲਾਘਾਯੋਗ ਕਦਮ ਹੈ ਉਹ ਕਹਿ ਸਕਦੇ ਹੋ ਵੀ ਜਿਹੜੀ ਇੰਪੋਰਟ ਦੇ ਵਿੱਚ ਉਹ ਆਪਣੀ ਬੇਸਿਕ ਸਭ ਤੋਂ ਪਹਿਲਾਂ ਤਾਂ ਇੰਡੀਵਿਜੂਅਲ ਨੂੰ ਅਗਰ ਫੋਕਸ ਰੱਖ ਕੇ ਕਰੋ ਤਾਂ ਇੰਡੀਵਿਜੂਅਲ ਦੀ ਇਹਨਾਂ ਨੇ 7 ਲੱਖ ਰੁਪਏ ਦੀ ਜਿਹੜੀ ਇਨਕਮ ਹੈ ਉਹ ਮਾਫ ਕਰਤੀ ਹੈ। ਉੱਤੇ ਰਿਬੇਟ ਹੈ ਜਿਹੜੀ ਉਹਦੀ ਲਿਮਿਟ ਇਨਹਾਂਸ ਕਰਤੀ ਹੈ। ਟੈਕਸ ਦੀਆਂ ਜਿਹੜੀਆਂ ਸਲੈਬਾਂ ਸੀਗੀਆਂ ਉਹਨੂੰ ਰਿਡਿਊਸ ਕਰਤਾ ਇਹਨਾਂ ਨੇ, ਉਹ ਜਿਹੜਾ ਹੈਗਾ। ਤੇ 15 ਲੱਖ ਰੁਪਏ ਤੱਕ ਦੀ ਅਗਰ ਆਪਣੀ ਟੈਕਸੇਬਲ ਇਨਕਮ ਹੈ ਤਾਂ ਉਹਦਾ ਕਾਫੀ ਬੈਨੀਫਿਟ ਜਿਹੜਾ ਹੈਗਾ ਉਹਨੂੰ ਟੈਕਸ ਪੇਅਰ ਨੂੰ ਹੋਏਗਾ। ਤੇ ਜੇ ਤੁਸੀਂ 15 ਲੱਖ ਤੋਂ ਉੱਪਰ ਦੀ ਗੱਲ ਕਰੋ ਉਹਦੇ ਵਿੱਚ ਸਿੱਧੀ ਡਾਇਰੈਕਟ 30% ਟੈਕਸ ਲਾਇਬਿਲਿਟੀ ਪਹਿਲੇ ਸੀਗੀ ਤੇ 30% ਹੀ ਹੁਣ ਕਰਤੀ ਗਈ ਹੈ। ਉਹਦੇ ਵਿੱਚ ਕੋਈ ਬਦਲਾਵ ਨਹੀਂ ਹੈ। ਜਦੋਂ ਕਿ ਹਾਈ ਐਂਡ ਬ੍ਰੈਕਟ ਤੇ ਵੀ ਆਪਾਂ ਨੂੰ ਬਦਲਾਵ ਚਾਹੀਦਾ ਸੀਗਾ, ਉਹ ਬਦਲਾਵ ਨਹੀਂ ਕੀਤਾ ਗਿਆ। ਔਰ ਅਗਰ ਤੁਸੀਂ ਛੋਟੀ ਇੰਡਸਟਰੀ ਦੀ ਗੱਲ ਕਰੋ ਤਾਂ MSME ਦੇ ਲਈ ਇਹਨਾਂ ਨੇ 1% ਵਿਆਜ ਦੀ ਰਾਹਤ ਦਿੱਤੀ ਹੈਗੀ ਹੈ, ਉਹ ਸ਼ਲਾਘਾਯੋਗ ਹੈ। ਤੇ ਇੰਡਸਟਰੀ ਦੇ ਵਿੱਚ ਇਹਨਾਂ ਨੇ ਇਨਫਰਾਸਟ੍ਰਕਚਰ ਦੇ ਵਿੱਚ ਕਾਫੀ ਫੋਕਸ ਕੀਤਾ ਹੈਗਾ। ਇਨਫਰਾਸਟ੍ਰਕਚਰ ਤੇ ਫੋਕਸ ਕਰਨ ਦੇ ਨਾਲ ਆਪਣਾ ਕੀ ਹੈ ਕਿ ਇੰਡਸਟਰੀ ਨੂੰ ਆਉਣ ਵਾਲੇ ਸਮੇਂ 'ਚ ਕਾਫੀ ਬੂਸਟ ਮਿਲੂਗਾ, ਕਿਉਂਕਿ ਸਪੈਂਡਿੰਗ ਹੋਊਗੀ ਜਦੋਂ ਇਨਫਰਾਸਟ੍ਰਕਚਰ ਤੇ ਤਾਂ ਇੰਡਸਟਰੀ ਤੇ ਓਵਰਆਲ ਇੰਪੈਕਟ ਇਹਦਾ ਪੋਜ਼ਿਟਿਵ ਆਏਗਾ। ਤੇ ਕੀ ਲੱਗਦਾ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਵਿੱਚ ਹੀ ਇਲੈਕਸ਼ਨ ਹੋਣ ਵਾਲੇ ਨੇ ਲੋਕ ਸਭਾ ਦੇ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਆਮ ਲੋਕਾਂ ਨੂੰ, ਮਿਡਲ ਕਲਾਸ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਕੋਸ਼ਿਸ਼ ਕੀਤੀ ਗਈ ਹੈ ਔਰ ਐਕਚੁਅਲਸ ਕਾਫੀ ਟਾਈਮ ਤੋਂ ਇਹ ਜਿਹੜੀ ਆਪਣੀ ਡਿਊ ਵੀ ਸੀਗੀ ਕਾਮਨ ਮੈਨ ਦੀ ਸਕੀਮ। ਤੁਸੀਂ ਅਗਰ ਮਹਿੰਗਾਈ ਦੀ ਦਰ ਲਾਓ, ਤੁਸੀਂ ਦੁੱਧ ਚਾਹ ਜਿਹੜੀ ਆਪਣੀ ਘਰ 'ਚ ਆਟਾ ਯੂਜ਼ ਕਰਦੇ ਹੋ, ਪਹਿਲਾਂ 8 ਸਾਲ ਪਹਿਲਾਂ ਉਹਦੀ ਕੀ ਪ੍ਰਾਈਸ ਸੀਗੀ ਤੇ ਅੱਜ ਦੀ ਡੇਟ 'ਚ ਉਹਦੀ ਕੀ ਪ੍ਰਾਈਸ ਹੈ? ਉਹ ਬਹੁਤ ਤੋਂ ਬਾਅਦ ਸਲੈਬਾਂ ਸਾਰੀਆਂ ਉੱਥੇ ਟਿਕੀਆਂ ਹੋਈਆਂ ਸਨ, ਚੇਂਜ ਨਹੀਂ ਹੋਈਆਂ ਹੈਗੀਆਂ, ਹੁਣ ਇਹਨਾਂ ਨੇ ਕੀਤੀਆਂ ਹੈਗੀਆਂ। ਤੇ ਜਿਹੜੀ ਰਿਬੇਟ ਹੈ ਉਹ ਵੀ ਪਹਿਲੇ 5 ਲੱਖ ਤੱਕ ਸੀਗੀ, ਹੁਣ 7 ਲੱਖ ਤੱਕ ਹੋ ਗਈ ਹੈ ਤੇ 15 ਲੱਖ ਤੱਕ ਬਾਕੀ ਰਿਬੇਟਸ ਦੇ ਵਿੱਚ ਵੀ ਚੀਜ਼ਾਂ ਦੇ ਵਿੱਚ ਇਹਨਾਂ ਨੇ ਉਹ ਕੀਤੀ ਹੈਗੀ ਹੈ। ਜਿਹਦੀ ਇਨਕਮ ਬੇਸਿਕਲੀ 15-16 ਲੱਖ ਰੁਪਏ ਤੱਕ ਹੈਗੀ ਹੈ ਉਹਨੂੰ ਇਹਦੇ ਵਿੱਚੋਂ ਕਾਫੀ ਬੈਨੀਫਿਟ ਮਿਲਿਆ ਹੈਗਾ। ਬਟ ਅਗਰ ਤੁਸੀਂ ਇਹਦੀ ਗੱਲ ਕਰੋ ਪ੍ਰੋਵੀਜ਼ਨਸ ਇਨਕਮ ਟੈਕਸ ਦੀਆਂ, ਜਿਵੇਂ ਸਰਚ ਹੈ, ਸਰਵਿਸ ਵਗੈਰਾ ਸੀਗੇ ਜਾਂ ਇਨਸਪੈਕਸ਼ਨ ਸੀਗੀਆਂ, ਉਹਨਾਂ ਦੇ ਰਿਲੇਟਡ ਇਹਦੇ ਵਿੱਚ ਬਜਟ ਦੇ ਵਿੱਚ ਕੋਈ ਕਲੈਰਿਟੀ ਨਹੀਂ ਆਈ ਹੈਗੀ ਵੀ ਉਹ ਹੋਣਗੇ ਜਾਂ ਜਿਸ ਤਰ੍ਹਾਂ। ਅਗਰ ਈਜ਼ ਆਫ ਡੂਇੰਗ ਬਿਜ਼ਨਸ ਦੀ ਹੈ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਮਤਲਬ ਫੇਸਲੈਸ ਸਿਸਟਮ ਹੋਣਾ ਚਾਹੀਦਾ ਵੀ ਇੰਡਸਟਰੀਲਿਸਟ ਨੂੰ ਜਾਂ ਆਪਣੇ ਪ੍ਰੋਫੈਸ਼ਨਲ ਨੂੰ ਆਫਿਸ ਬੈਠੇ ਜਿਹੜਾ ਸੀਗਾ ਸਾਰੀਆਂ ਚੀਜ਼ਾਂ ਦੀ ਕੰਪਲਾਈਂਸ ਹੋ ਜਾਵੇ, ਡਿਪਾਰਟਮੈਂਟ ਬਜਟ ਉਹਨਾਂ ਨੂੰ ਘੱਟ ਤੋਂ ਘੱਟ ਕਰਨਾ ਪਵੇ। ਤੇ ਕਸਟਮ ਡਿਊਟੀ ਦੀ ਅਗਰ ਆਪਾਂ ਗੱਲ ਕਰੀਏ ਤੇ ਕਸਟਮ ਡਿਊਟੀ ਦੇ ਵਿੱਚ ਇੰਡਸਟਰੀ ਡਿਮਾਂਡ ਕਰ ਰਹੀ ਸੀਗੀ, ਅਗਰ ਲੁਧਿਆਣਾ ਸਪੈਸੀਫਿਕ ਗੱਲ ਕਰੀਏ ਜਿਵੇਂ ਸਾਈਕਲ ਪਾਰਟਸ ਹੈ ਵੀ ਇਹਨਾਂ ਦੇ ਇੰਪੋਰਟ ਡਿਊਟੀ ਵਧਾ ਦਿਓ ਸੋ ਦੈਟ ਜਿਹੜੀ ਲੋਕਲ ਇੰਡਸਟਰੀ ਆ ਉਹ ਹੋਰ ਕੰਪੀਟੀਟਿਵ ਹੋ ਜਾਵੇ। ਬਟ ਉਹ ਲੋਕਲ ਜਿਹੜੇ ਹੈਗੇ ਆ ਕੁਝ ਗੈਪਸ ਰਹਿ ਗਏ ਬਜਟ ਦੇ ਵਿੱਚ, ਉਹ ਡਿਊਟੀ ਜਿਹੜੀ ਵਧਾਉਣੀ ਸੀਗੀ ਉਹ ਵਧਾਉਣ ਦੀ ਥਾਂ ਤੇ ਘਟਾਈ ਗਈ ਹੈ। ਤੇ ਇਸੇ ਤਰ੍ਹਾਂ ਗਾਰਮੈਂਟ ਇੰਡਸਟਰੀ ਦੀ ਵੀ ਡਿਮਾਂਡ ਸੀ ਵੀ ਚਾਈਨਾ ਵਗੈਰਾ ਤੋਂ ਕਾਫੀ ਇੰਪੋਰਟ ਹੋ ਰਿਹਾ ਵੀ ਉਧਰੋਂ ਡਿਊਟੀ ਵਧਾ ਦਿੱਤੀ ਜਾਵੇ, ਬਟ ਉਹ ਡਿਊਟੀ ਵਧਾਈ ਨਹੀਂ ਗਈ। ਹਾਂ, ਕੁਛ ਇੱਕ ਮਸ਼ੀਨਰੀ ਆਈਟਮਸ ਦੇ ਉੱਤੇ ਉਹਨਾਂ ਨੇ ਕੀਤੀ ਹੈਗੀ ਹੈ, ਟੀਵੀ ਦੇ ਪੈਨਲਸ ਵਗੈਰਾ ਦੇ ਉੱਤੇ ਡਿਊਟੀ ਰਿਡਿਊਸ ਕੀਤੀ ਹੈ। ਉਹਦੇ ਨਾਲ ਜਿਹੜੀਆਂ ਰਿਲੇਟਡ ਇੰਡਸਟਰੀਜ਼ ਹੈ ਉਹਨਾਂ ਨੂੰ ਕਾਫੀ ਬੂਸਟ ਮਿਲੂਗਾ। ਤੇ ਕੁੱਲ ਮਿਲਾ ਕੇ ਬਜਟ ਨੂੰ ਸਰ ਕਿਵੇਂ ਦੇਖਦੇ ਹੋ ਤੁਸੀਂ? ਕੁੱਲ ਮਿਲਾ ਕੇ ਅਗਰ ਆਪਾਂ ਸਾਰੀ ਓਵਰਆਲ ਈਜ਼ ਆਫ ਡੂਇੰਗ ਬਿਜ਼ਨਸ ਜਾਂ ਹੋਰ ਫੈਕਟਰਸ ਨੂੰ ਦੇਖੀਏ ਤਾਂ ਇਹਨੂੰ ਬਜਟ ਨੂੰ 10 ਚੋਂ 5 ਨੰਬਰ ਜਾਂਦੇ ਹੈਗੇ ਆ ਜੀ।
ਬਿਲਕੁਲ ਰਲੀ ਮਿਲੀ ਜਿਹੜੀ ਕਿ ਪ੍ਰਤੀਕਿਰਿਆ ਵਾ ਉਹ ਦੇਖਣ ਨੂੰ ਮਿਲ ਰਹੀ ਹੈ ਵਪਾਰੀਆਂ ਦੇ, ਜਿੱਥੇ ਇੱਕ ਵਰਗ ਖੁਸ਼ ਨਜ਼ਰ ਆ ਰਿਹਾ ਹੈ ਤਾਂ ਦੂਜਾ ਵਰਗ ਨਾਰਾਜ਼ ਵੀ ਨਜ਼ਰ ਆ ਰਿਹਾ। ਪਰ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 2024 ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੈ, ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਮਿਡਲ ਕਲਾਸ ਲੋਕਾਂ ਨੂੰ ਖੁਸ਼ ਕਰਨ ਦੀ ਜਿਹੜੀ ਕਿ ਕੋਸ਼ਿਸ਼ ਹੈ ਉਹ ਸਰਕਾਰ ਦੇ ਵੱਲੋਂ ਜ਼ਰੂਰ ਹੈ ਜਿਹੜੀ ਕੀਤੀ ਗਈ ਹੈ, ਕਿਉਂਕਿ ਭਾਜਪਾ ਸਰਕਾਰ ਦਾ ਇਹ ਆਖਰੀ ਬਜਟ ਹੈ, ਕਿਉਂਕਿ 2024 ਦੇ ਵਿੱਚ ਇਲੈਕਸ਼ਨ ਹੋਣ ਵਾਲੇ ਨੇ। ਉਸ ਤੋਂ ਬਾਅਦ ਜਿਹੜੀ ਵੀ ਸਰਕਾਰ ਆਵੇਗੀ ਉਹਦੇ ਵੱਲੋਂ ਬਜਟ ਹੈ ਪੇਸ਼ ਕੀਤਾ ਜਾਣਾ, ਤਾਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦਿਆਂ ਵੀ ਕਾਫੀ ਕੁਛ ਇਸ ਬਜਟ ਦੇ ਵਿੱਚ ਰੱਖਿਆ ਗਿਆ। ਪਰ ਕਿਤੇ ਨਾ ਕਿਤੇ ਇੰਡਸਟਰੀ ਜਿੱਥੇ ਖੁਸ਼ ਵੀ ਨਜ਼ਰ ਆ ਰਹੇ ਨੇ, ਬਹੁਤ ਖੁਸ਼ ਵੀ ਨਜ਼ਰ ਆ ਰਹੇ ਨੇ, ਨਾਲ ਦੀ ਨਾਲ ਜਿਹੜੀ ਨਿਰਾਸ਼ਾ ਉਹ ਵੀ ਹਰ ਵਾਰ ਦੀ ਤਰ੍ਹਾਂ ਜ਼ਰੂਰ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ।